साईं नाम अमोल कीमना कोई जान दो। जिन्ना भाग मथाहे से नानक हर रंग मान दो। वाहिगुरु जी का खालसा वाहिगुरु जी की फतेह। गुरु रूप गुरु खालसा साध संगत ਆਪਣੇ ਸਾਰਿਆਂ ਦੇ ਬਹੁਤ ਉੱਤਮ ਭਾਗ ਹਨ ਜੋ ਕਿ ਆਪ ਜੀਆਂ ਨੂੰ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਰੀ ਸੰਗਤ ਮਨ ਚਿਤ ਬੁੱਧ ਨੂੰ ਇਕਾਗਰ ਕਰੋ, ਧਿਆਨ ਨਾਲ ਸਰਵਣ ਕਰਨਾ ਕਰੋ ਜੀ। ਤਿੰਨ ਰਾਗਾਂ ਦਾ ਵੇਰਵਾ। ਰਾਗ ਸੂਹੀ। ਕੁਸੰਭ ਰੰਗੀ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ। ਇੱਕ ਰਾਗਣੀ ਜਿਸ ਨੂੰ ਸੂਹਾ ਵੀ ਆਖਦੇ ਹਨ। ਕਈ ਸੰਗੀਤ ਨੇ ਸੋਹਣੀ ਨੂੰ ਹੀ ਸੂਹੀ ਕਲਪਿਆ ਹੈ। ਇੱਕ ਕਾਫੀ ਠਾਠ ਦੀ ਸਾੜਵ ਰਾਗਣੀ ਹੈ ਜਿਸ ਵਿੱਚ ਧੈਦਵ ਵਰਜਿਤ ਹੈ। ਸੂਹੀ ਨੂੰ ਗੰਧਾਰ ਅਤੇ ਨਿਸ਼ਾਦ ਕੋਮਲ ਬਾਣੀ ਸ਼ੁੱਧ ਸੁਰ ਹਨ। ਵਾਦੀ ਮੱਧਮ ਅਤੇ ਸੜਵ ਸੰਵਾਦੀ ਹੈ। ਗਾਉਣ ਦਾ ਵੇਲਾ 2 ਘੜੀ ਦਿਨ ਚੜੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ 15ਵਾਂ ਨੰਬਰ ਹੈ। ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਕੇ ਮੱਥਾ ਟੇਕਣ ਦਾ ਕਰਮ। ਰਾਗ ਤਿਲੰਗ। ਇਸ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਕਲਿੰਗ ਅਤੇ ਤ੍ਰਿਲਿੰਗ ਆਉਂਦਾ ਹੈ। ਇੱਕ ਦੱਖਣੀ ਦੇਸ਼ ਜੋ ਸ਼੍ਰੀ ਸ਼ੈਲ ਜੋ ਚੋਲ ਰਾਜਿਆ ਦੇ ਮੱਧ ਧੀਕ ਹੈ। ਇਸ ਨਾਮ ਦਾ ਕਾਰਨ ਇਸ ਵਿੱਚ ਸ੍ਰੀ ਸ਼ੈਲ, ਕਾਲੇਸ਼ਵਰ ਅਤੇ ਭੀਮੇਸ਼ਵਰ ਨਾਮ 3 ਪਹਾੜ ਹਨ ਜਿਨ੍ਹਾਂ ਉੱਪਰ 3 ਸ਼ਿਵਲਿੰਗ ਹਨ। ਬਿਲਾਵਲ ਠਾਠ ਦਾ ਇੱਕ ਔੜਵ ਰਾਗ। ਇਸ ਵਿੱਚ ਰਿਸ਼ਭ ਅਤੇ ਧੈਦਵ ਵਰਜਿਤ ਹਨ। ਬਾਕੀ ਸਾਰੇ ਸੁਰ ਸ਼ੁੱਧ ਹਨ। ਨਿਸ਼ਾਦ ਅਤੇ ਪੰਚਮ ਦੀ ਇਸ ਵਿੱਚ ਸੰਗਤ ਹੈ। ਵਾਦੀ ਸੁਰ ਗੰਧਾਰ ਅਤੇ ਨਿਸ਼ਾਦ ਸੰਵਾਦੀ ਹੈ। ਗਾਉਣ ਦਾ ਵੇਲਾ ਦਿਨ ਦਾ 3 ਪਹਿਰ ਹੈ। ਕਿਤਨਿਆਂ ਨੇ ਇਸ ਵਿੱਚ ਧੈਵਤ ਸੁਰ ਲਾ ਕੇ ਸਾੜਵ ਮੰਨਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ 14ਵਾਂ ਨੰਬਰ ਹੈ। ਰਾਗ ਬਿਲਾਵਲ। ਇਹ ਸੰਪੂਰਨ ਜਾਤੀ ਦਾ ਰਾਗ ਹੈ। ਸਾਰੇ ਸ਼ੁੱਧ ਸੁਰ ਹਨ। ਵਾਦੀ ਸੜਜ ਅਤੇ ਸੰਵਾਦੀ ਪੰਚਮ ਹੈ। ਇਸ ਦੇ ਗਾਉਣ ਦਾ ਵੇਲਾ ਦਿਨ ਦੇ 2 ਪਹਿਰ ਦਾ ਆਰੰਭ ਹੈ। ਆਨੰਦ ਮੰਗਲ ਦੇ ਵੇਲੇ ਇਸ ਦੇ ਗਾਉਣ ਦੀ ਰੀਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਾਵਲ ਦਾ 16ਵਾਂ ਨੰਬਰ ਹੈ। ਹਰ ਉਤਮ ਹਰ ਪ੍ਰਭ ਗਾਵਿਆ ਹਰ ਨਾਦ ਬਿਲਾਵਲ ਰਾਗ। ਵਾਰ ਬਿਲਾਵਲ 3 ਪਾਤਸ਼ਾਹ ਜੀ ਅੰਗ ਨੰਬਰ 849 ਤੇ ਫਰਮਾਨ ਕਰਦੇ ਹਨ। ਰਾਗ ਤਿਲੰਗ। ਮਹੱਲਾ ਪਹਿਲਾ। ਘਰ ਤੀਜਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰਾਕਾਰ ਤੋਂ ਆਕਾਰ ਵਾਲਾ ਸਰੂਪ ਧਾਰਨ ਕਰਕੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਖੰਡਾਂ ਬ੍ਰਹਮੰਡਾਂ ਵਿੱਚ ਵਿਚਰੇ। ਥਾਂ ਥਾਂ ਤੇ ਧਰਮੀ ਲੋਕਾਂ ਨੂੰ ਧਰਮ ਦੇ ਰਾਹ ਤੇ ਲਿਆਉਣ ਵਾਸਤੇ ਅਨੇਕਾਂ ਕੌਤਕ ਕੀਤੇ। ਯਥਾ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਅਨੇਕਾਂ ਪਖੰਡੀ ਲੋਕਾਂ ਨੂੰ, ਜ਼ੁਲਮ ਕਰਨ ਵਾਲੇ ਰਾਜੇ ਲੋਕਾਂ ਨੂੰ, ਧਰਮ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਬ੍ਰਾਹਮਣਾਂ ਆਦਿ ਅਨੇਕਾਂ ਨੂੰ ਪ੍ਰੇਮਾ ਭਗਤੀ ਦਾ ਮਾਰਗ ਦਰਸਾਇਆ। ਨਾਮ ਦਾ ਛਿੱਟਾ ਦਿੰਦੇ ਹੋਏ ਸਤਿਗੁਰੂ ਜੀ ਜਦੋਂ ਸੁਹਾਗਣ ਦੇ ਡੇਰੇ ਨੌਸ਼ਹਿਰੇ ਪਿੰਡ ਵਿੱਚ ਪਹੁੰਚੇ, ਇਹ ਮੁਸਲਮਾਨ ਫਕੀਰ ਜਿਸ ਦੇ ਬਸਤਰਾਂ ਦੀ ਸਾਰੇ ਇਲਾਕੇ ਵਿੱਚ ਚਰਚਾ ਸੀ, ਕਿਉਂਕਿ ਪੁਰਸ਼ ਹੋ ਕੇ ਵੀ ਇਸਤਰੀਆਂ ਜੈਸੇ ਗਹਿਣੇ ਅਤੇ ਬਸਤਰ ਪਾ ਕੇ ਆਪਣੇ ਆਪ ਨੂੰ ਰੱਬ ਦੀ ਇਸਤਰੀ ਹੋਣ ਦਾ ਦਿਖਾਵਾ ਕਰਦਾ ਸੀ। ਜਦੋਂ ਸਤਿਗੁਰੂ ਜੀ ਨੇ ਇਸ ਨੂੰ ਮਿਲਣਾ ਚਾਹਿਆ, ਉਸ ਵੇਲੇ ਬਾਹਰ ਲੋਕਾਂ ਦਾ ਬੜਾ ਭਾਰੀ ਮੇਲਾ ਲੱਗਿਆ ਹੋਇਆ ਸੀ। ਇਸ ਦੇ ਮੁਰੀਦਾਂ ਨੂੰ ਸਤਿਗੁਰੂ ਜੀ ਨੇ ਪੀਰ ਨੂੰ ਮਿਲਣ ਦਾ ਬਚਨ ਕੀਤਾ ਤਾਂ ਅੱਗੋਂ ਸੁਹਾਗਣ ਦੇ ਮੁਰੀਦਾਂ ਨੇ ਇਹ ਕਹਿ ਕੇ ਸਤਿਗੁਰੂ ਜੀ ਨੂੰ ਜਵਾਬ ਦਿੱਤਾ ਕਿ ਅੱਜ ਤਾਂ ਪੀਰ ਜੀ ਨੂੰ ਸਹੁੰ ਦੀ ਪ੍ਰਾਪਤੀ ਹੋਣੀ ਹੈ, ਇਸ ਲਈ ਉਹ ਕਿਸੇ ਹੋਰ ਮਨੁੱਖ ਨੂੰ ਨਹੀਂ ਮਿਲ ਸਕਦੇ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਸਾਥੀ ਬਾਲੇ ਅਤੇ ਮਰਦਾਨੇ ਨੂੰ ਬਚਨ ਕੀਤਾ ਕਿ ਆਓ ਭਾਈ ਚੱਲੀਏ,
ਕਰਤਾਰ ਦੀ ਐਸੀ ਰਜਾ ਕਿ ਇਸ ਨੂੰ ਬੇਇੱਜ਼ਤ ਕਰਕੇ ਹੀ ਰਾਹ ਪਾਉਣਾ ਹੈ। ਮੇਲੇ ਵਿੱਚੋਂ ਸਤਿਗੁਰੂ ਜੀ ਦੇ ਤੁਰਨ ਦੀ ਦੇਰ ਸੀ, ਦੋ ਧੜਿਆਂ ਵਿੱਚ ਲੜਾਈ ਹੋ ਗਈ। ਉਹ ਲੜਾਈ ਵਿੱਚ ਧੱਕੋ ਜੋਰੀ ਕਰਦਿਆਂ ਸੁਹਾਗਣ ਦੇ ਭੋਰੇ ਦੇ ਦਰਵਾਜ਼ੇ ਟੁੱਟ ਗਏ। ਇੱਕਦਮ ਦਰਵਾਜ਼ਾ ਖੁੱਲਣ ਨਾਲ ਸੁਹਾਗਣ ਆਪਣੇ ਪਾਪ ਨੂੰ ਛੁਪਾ ਨਾ ਸਕਿਆ, ਕਿਉਂਕਿ ਉਸ ਵੇਲੇ ਉਹ ਇੱਕ ਸੁੰਦਰ ਇਸਤਰੀ ਨਾਲ ਮੰਦੀ ਵਾਸ਼ਨਾ ਦੀ ਪੂਰਤੀ ਲਈ ਕੁਕਰਮ ਕਰ ਰਿਹਾ ਸੀ। ਦੋਹਾਂ ਧੜਿਆਂ ਦੇ ਲੋਕਾਂ ਨੇ ਆਪਣੀ ਲੜਾਈ ਛੱਡ ਕੇ ਪੀਰ ਅਤੇ ਉਸਦੇ ਮਰੀਦਾਂ ਨੂੰ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਪਖੰਡ ਕਰਕੇ ਲੋਕਾਂ ਦਾ ਪੈਸਾ, ਇੱਜ਼ਤ ਲੁੱਟਦੇ ਹੋ। ਸਾਰੇ ਲੋਕਾਂ ਵਿੱਚ ਇਸਦੇ ਪਖੰਡ ਦੀ ਚਰਚਾ ਅਗਨੀ ਵਾਂਗ ਫੈਲ ਗਈ, ਕਿਉਂਕਿ ਲੋਕਾਂ ਦਾ ਸੁਭਾਅ ਹੈ ਕਿ ਦੂਸਰੇ ਦੇ ਔਗੁਣਾਂ ਦੀ ਚਰਚਾ ਕਰਨੀ। ਕਿਸੇ ਦੇ ਗੁਣਾਂ ਦੀ ਚਰਚਾ ਲੋਕਾਂ ਵਿੱਚ ਪਹੁੰਚਦਿਆਂ ਕਈ ਵਰ੍ਹੇ ਲੱਗ ਜਾਂਦੇ ਹਨ, ਜਦੋਂ ਕਿ ਔਗੁਣਾਂ ਦੀ ਚਰਚਾ ਦਿਨਾਂ ਅਤੇ ਘੰਟਿਆਂ ਵਿੱਚ ਹੀ ਪਹੁੰਚ ਜਾਂਦੀ ਹੈ। ਸਾਰੇ ਲੋਕਾਂ ਨੇ ਨਫ਼ਰਤ ਕਰਕੇ ਕੇਵਲ ਕੁੱਟਿਆ ਹੀ ਨਹੀਂ, ਸਗੋਂ ਉਸਦੇ ਭੋਰੇ ਦਾ ਸਾਰਾ ਸਮਾਨ ਲੁੱਟ ਲਿਆ ਤੇ ਮੇਲਾ ਲੱਗਣਾ ਬੰਦ ਹੋ ਗਿਆ। ਅਗਲੇ ਸਾਲ ਜਦੋਂ ਸਤਿਗੁਰੂ ਜੀ ਫਿਰ ਇਸ ਨਗਰ ਪਧਾਰੇ ਤਾਂ ਇੱਕ ਬਿਰਧ ਮਾਤਾ ਦਾ ਪ੍ਰੇਮ ਦੇਖ ਕੇ ਉਸਦੇ ਘਰ ਠਹਿਰੇ। ਸਤਿਗੁਰੂ ਜੀ ਦਾ ਜਸ ਸੁਣ ਕੇ ਮਾਈ ਦੇ ਘਰ ਇੱਕ ਪਿੰਗਲਾ ਪਹੁੰਚਾ, ਜੋ ਬੜੀ ਮੁਸ਼ਕਲ ਨਾਲ ਰਿੜਦਾ ਰਿੜਦਾ ਆਇਆ ਸੀ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਪਣਾ ਪਿੰਗਲਾਪਣ ਠੀਕ ਹੋਣ ਦੀ ਬੇਨਤੀ ਕੀਤੀ। ਇਹ ਸੁਣ ਕੇ ਸਤਿਗੁਰੂ ਜੀ ਨੇ, ਜੋ ਸਦਾ ਹੀ ਦਇਆ ਦਾ ਠਾਠਾ ਮਾਰਦਾ ਸਮੁੰਦਰ ਹਨ, ਵਾਹਿਗੁਰੂ ਦਾ ਨਾਮ ਲੈ ਕੇ ਲੱਤਾਂ ਠੀਕ ਕਰ ਦਿੱਤੀਆਂ। ਉਸ ਨੂੰ ਨਾਮ ਦਾ ਮਹਾਤਮ ਪ੍ਰਤੱਖ ਦਿਖਾ ਕੇ ਪਰਮੇਸ਼ਰ ਦੇ ਨਾਮ ਵਿੱਚ ਜੋੜ ਦਿੱਤਾ ਅਤੇ ਨਾਲ ਹੀ ਇੱਕ ਤੀਰ ਦੋ ਨਿਸ਼ਾਨੇ ਫੁੰਡਣ ਦੀ ਤਰ੍ਹਾਂ ਉਸ ਪਖੰਡੀ ਸੁਹਾਗਣ ਤੇ ਵੀ ਦਇਆ ਕੀਤੀ ਅਤੇ ਪਿੰਗਲੇ ਨੂੰ ਕਿਹਾ, ਜੇ ਤੈਨੂੰ ਕੋਈ ਪੁੱਛੇ ਤਾਂ ਤੂੰ ਕਹੀਂ ਕਿ ਮੇਰਾ ਪਿੰਗਲਾਪਣ ਸੁਹਾਗਣ ਨੇ ਠੀਕ ਕੀਤਾ ਹੈ। ਪਹਿਲੀ ਚਰਚਾ ਅਜੇ ਲੋਕਾਂ ਵਿੱਚ ਸੁਹਾਗਣ ਦੇ ਵਿੱਚ ਵਿਭਚਾਰ ਦੀ ਚੱਲ ਰਹੀ ਸੀ ਕਿ ਪਿੰਗਲੇ ਦੇ ਠੀਕ ਹੋਣ ਦੀ ਨਵੀਂ ਚਰਚਾ ਸ਼ੁਰੂ ਹੋ ਗਈ। ਲੋਕ ਬੜੇ ਹੈਰਾਨ ਹਨ ਕਿ ਐਸਾ ਪਾਪ ਕਰਨ ਵਾਲਾ ਐਡੀ ਸ਼ਕਤੀ ਦਾ ਮਾਲਕ ਨਹੀਂ ਹੋ ਸਕਦਾ, ਜਾਂ ਫਿਰ ਇਸ ਦੇ ਵਿਭਚਾਰ ਦੀ ਗੱਲ ਸੱਚੀ ਨਹੀਂ। ਫਿਰ ਲੋਕਾਂ ਵਿੱਚ ਇਸ ਦਾ ਪ੍ਰਭਾਵ ਬਣ ਹੀ ਗਿਆ, ਕਿਉਂਕਿ ਵਿਭਚਾਰ ਵਾਲੀ ਗੱਲ ਸਾਰਿਆਂ ਨੇ ਨਹੀਂ ਸੀ ਦੇਖੀ, ਪਰ ਪਿੰਗਲੇ ਨੂੰ ਸਾਰਿਆਂ ਨੇ ਦੇਖਿਆ ਤੇ ਲੋਕ ਮੁੜ ਇਸ ਦੀ ਪਹਿਲਾਂ ਨਾਲੋਂ ਵੀ ਵੱਧ ਪੂਜਾ ਮਾਨਤਾ ਕਰਨ ਲੱਗੇ। ਇੱਕ ਦਿਨ ਸੁਹਾਗਣ ਨੂੰ ਅਚਾਨਕ ਪਿੰਗਲਾ ਮਿਲਿਆ ਤਾਂ ਸੁਹਾਗਣ ਨੇ ਇਕੱਲਾ ਬਿਠਾ ਕੇ ਬੜੇ ਪ੍ਰੇਮ ਨਾਲ ਪੁੱਛਿਆ ਕਿ ਭਾਈ ਤੇਰਾ ਪਿੰਗਲਾਪਣ ਕਿਸਨੇ ਠੀਕ ਕੀਤਾ ਹੈ? ਤਾਂ ਉਸ ਪਿੰਗਲੇ ਨੇ ਪਹਿਲਾਂ ਕਦੇ ਸੁਹਾਗਣ ਨੂੰ ਦੇਖਿਆ ਨਹੀਂ ਸੀ, ਇਸ ਲਈ ਉਸਨੇ ਕਹਿ ਦਿੱਤਾ ਕਿ ਮੈਨੂੰ ਤਾਂ ਸੁਹਾਗਣ ਨੇ ਠੀਕ ਕੀਤਾ ਹੈ। ਤਾਂ ਸੁਹਾਗਣ ਨੇ ਗੁੱਸੇ ਦੇ ਲਹਿਜੇ ਵਿੱਚ ਤਾੜ ਕੇ ਉਸ ਪੁਰਸ਼ ਨੂੰ ਕਿਹਾ ਕਿ ਸੱਚ ਦੱਸ, ਤੈਨੂੰ ਕਿਸ ਨੇ ਠੀਕ ਕੀਤਾ, ਕਿਉਂਕਿ ਸੁਹਾਗਣ ਤਾਂ ਮੇਰਾ ਹੀ ਨਾਮ ਹੈ ਤੇ ਮੈਂ ਤੈਨੂੰ ਠੀਕ ਨਹੀਂ ਜੇ ਕੀਤਾ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੇਰੇ ਝੂਠ ਬੋਲਣ ਦਾ ਕਾਰਨ ਕੀ ਹੈ, ਅਤੇ ਇਸ ਦੇ ਨਾਲ ਹੀ ਉਸ ਧਰਮੀ ਮਹਾਨ ਮਹਾਂਪੁਰਸ਼ ਦੇ ਦਰਸ਼ਨ ਵੀ ਕਰਨਾ ਚਾਹੁੰਦਾ ਹਾਂ, ਜੋ ਇਤਨੀਆਂ ਬਰਕਤਾਂ ਦਾ ਮਾਲਕ ਹੈ ਅਤੇ ਇਤਨੀ ਨਿਮਰਤਾ ਤੇ ਗਰੀਬੀ ਵਾਲਾ ਜੀਵਨ ਹਉਮੈ ਰਹਿਤ ਹੋ ਕੇ ਬਤੀਤ ਕਰ ਰਿਹਾ ਹੈ, ਜਿਸ ਨੂੰ ਵਡਿਆਈ ਦੀ ਰੰਚਕ ਮਾਤਰ ਵੀ ਇੱਛਾ ਨਹੀਂ। ਸੰਸਾਰ ਦੇ ਲੋਕ ਕਿਸੇ ਦੀ ਵਡਿਆਈ ਵੀ ਆਪ ਲੈਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਮਹਾਂਪੁਰਸ਼ ਆਪਣੀ ਵਡਿਆਈ ਵੀ ਕਿਸੇ ਨੂੰ ਦੇ ਰਿਹਾ ਹੈ। ਇਸ ਲਈ ਮੈਨੂੰ ਜਲਦੀ ਦੱਸ, ਉਹ ਦਰਵੇਸ਼ ਕੌਣ ਹੈ? ਐਸੇ ਗੁਣ ਤਾਂ ਖੁਦਾ ਵਿੱਚ ਹੀ ਹੁੰਦੇ ਹਨ, ਕਿਤੇ ਖੁਦਾ ਹੀ ਤਾਂ ਨਹੀਂ ਮਨੁੱਖੀ ਜਾਮੇ ਵਿੱਚ ਆਇਆ ਹੋਇਆ। ਉਸ ਪੁਰਸ਼ ਨੇ ਦੱਸਿਆ ਕਿ ਇੱਕ ਬਿਰਧ ਮਾਈ ਦੇ ਘਰ 3 ਫਕੀਰ ਠਹਿਰੇ ਹਨ, ਜਿਨ੍ਹਾਂ ਵਿੱਚ 2 ਤਾਂ ਆਮ ਫਕੀਰਾਂ ਵਰਗੇ ਹੀ ਫਕੀਰ ਲੱਗਦੇ ਹਨ, ਪਰ ਤੀਜੇ ਦੀ ਉਪਮਾ ਸ਼ਬਦਾਂ ਵਿੱਚ ਮੇਰੇ ਪਾਸੋਂ ਕੀਤੀ ਨਹੀਂ ਜਾ ਸਕਦੀ। ਉਸਨੇ ਕੇਵਲ ਮੇਰਾ ਪਿੰਗਲਾਪਣ ਹੀ ਠੀਕ ਨਹੀਂ ਕੀਤਾ, ਸਗੋਂ ਮੈਨੂੰ ਆਤਮਿਕ ਆਨੰਦ ਵੀ ਬਖਸ਼ ਦਿੱਤਾ ਹੈ। ਉਸ ਸਮੇਂ ਤੋਂ ਹੀ ਮੇਰੀ ਲਿਵ ਨਾਮ ਵਿੱਚ ਲੱਗੀ ਹੋਈ ਹੈ। 3 ਫਕੀਰਾਂ ਦੀ ਗੱਲ ਸੁਣ ਕੇ ਸੁਹਾਗਣ ਨੂੰ ਚੇਤਾ ਆਇਆ ਕਿ ਕਿਧਰੇ ਉਹੀ ਫਕੀਰ ਤਾਂ ਨਹੀਂ ਜਿਨ੍ਹਾਂ ਨੂੰ ਮੇਰੇ ਕਹਿਣ ਤੇ ਮੇਰੇ ਮਰੀਦਾਂ ਨੇ ਸਾਲ ਪਹਿਲਾਂ ਮੈਨੂੰ ਮਿਲਣ ਨਹੀਂ ਸੀ ਦਿੱਤਾ। ਉਸੇ ਨਾਰਾਜ਼ਗੀ ਦਾ ਫਲ ਹੀ ਮੈਨੂੰ ਮਿਲਿਆ ਹੋਵੇ। ਉਸ ਪੁਰਸ਼ ਤੋਂ
ਮਾਤਾ ਦੇ ਘਰ ਦਾ ਪਤਾ ਪੁੱਛ ਕੇ ਜਲਦੀ ਨਾਲ ਸਤਿਗੁਰਾਂ ਦੇ ਕੋਲ ਪਹੁੰਚਿਆ ਅਤੇ ਸਤਿਗੁਰਾਂ ਦੇ ਚਰਨ ਫੜ ਕੇ ਪਿਛਲੀ ਭੁੱਲ ਦੀ ਮੁਆਫੀ ਮੰਗੀ ਤੇ ਕਿਹਾ, ਹੇ ਪੀਰਾਂ ਦੇ ਪੀਰ, ਤੁਸੀਂ ਮੈਨੂੰ ਦਰਸ਼ਨ ਦੇਣ ਲਈ ਆਪ ਪਹੁੰਚੇ, ਪਰ ਮੇਰੇ ਮੰਦੇ ਕਰਮ ਨੇ ਤੁਹਾਡੇ ਦਰਸ਼ਨ ਨਹੀਂ ਹੋਣ ਦਿੱਤੇ। ਮੰਦਭਾਗੀ ਤੇਰੇ ਦਰਸ਼ਨ ਨਾਹੀਂ, ਜਿਸ ਦਾ ਫਲ ਮੈਨੂੰ ਇਹ ਮਿਲਿਆ ਕਿ ਲੋਕਾਂ ਵਿੱਚ ਮੇਰਾ ਬਣਿਆ ਪਾਜ ਉਗੜਿਆ, ਡੇਰਾ ਲੁੱਟਿਆ ਪੁੱਟਿਆ ਗਿਆ, ਬਹੁਤ ਜ਼ਿਆਦਾ ਅਪਮਾਨ ਹੋਇਆ। ਉਸ ਵੇਲੇ ਤਿਲੰਗ ਰਾਗ ਦਾ ਸਮਾਂ ਸੀ। ਉਸਨੂੰ ਉਪਦੇਸ਼ ਦੇਣ ਲਈ ਸ਼੍ਰੀ ਗੁਰੂ ਨਾਨਕ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ ਨੰਬਰ 721 ਤੇ ਅੰਕਿਤ ਹੈ। ਪਹਿਲਾ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਹੇ ਪਿਆਰੇ, ਇਸ ਸੂਖਮ ਤਨ ਮਨ ਨੂੰ ਮਾਇਆ ਰੂਪੀ ਪਾ ਲੱਗ ਗਈ ਹੋਈ ਹੈ। ਕੱਪੜੇ ਨੂੰ ਕੋਈ ਪੱਕਾ ਰੰਗ ਚੜਨ ਤੋਂ ਪਹਿਲਾਂ ਲੂਣ, ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾ, ਲੂਣ ਜਾਂ ਫਟਕੜੀ ਪਾਣੀ ਵਿੱਚ ਰਿੰਨ ਕੇ ਕੱਪੜਾ ਉਸ ਵਿੱਚ ਡੋਬਿਆ ਜਾਂਦਾ ਹੈ। ਫਿਰ ਰੰਗ ਪਾਣੀ ਵਿੱਚ ਰਿੰਨ ਕੇ ਉਹ ਲਾਗ ਵਾਲਾ ਕੱਪੜਾ ਉਸ ਵਿੱਚ ਪਾ ਦੇਈਦਾ ਹੈ ਤੇ ਜੀਵ ਨੇ ਆਪਣੇ ਮਨ ਰੂਪੀ ਚੋਲੇ ਨੂੰ ਲੋਭ ਰੂਪੀ ਰੰਗ ਵਿੱਚ ਰੰਗ ਲਿਆ ਹੈ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਤਨ ਸੇਜੈ ਜਾਏ। ਇਹ ਪਿਆਰੇ, ਇਸ ਤਰ੍ਹਾਂ ਦਾ ਮਾਇਆ ਦੀ ਪਾ ਤੇ ਲੋਭ ਰੂਪੀ ਰੰਗ ਵਾਲਾ ਮਨ ਰੂਪੀ ਚੋਲਾ ਪਤੀ ਪਰਮੇਸ਼ਵਰ ਨੂੰ ਭਾਉਂਦਾ ਨਹੀਂ ਹੈ। ਇਸ ਵਾਸਤੇ ਇਹ ਜੀਵ ਰੂਪ ਇਸਤਰੀ ਅੰਤਰਮੁਖ ਬਿਰਤੀ ਕਰਨੇ ਰੂਪ ਸੇਜਾ ਉੱਤੇ ਕਿਵੇਂ ਜਾ ਸਕਦੀ ਹੈ। ਭਾਵ ਅਜਿਹੇ ਮਨ ਵਾਲੀ ਜੀਵ ਰੂਪ ਇਸਤਰੀ ਦਾ ਪਤੀ ਪ੍ਰਮਾਤਮਾ ਨਾਲ ਮਿਲਾਪ ਨਹੀਂ ਜੇ ਹੋ ਸਕਦਾ। ਹਾਂ ਕੁਰਬਾਨੇ ਜਾਉ ਮਿਹਰਬਾਨਾ, ਹਾਂ ਕੁਰਬਾਨੇ ਜਾਓ। ਹੇ ਮਿਹਰਬਾਨ ਪ੍ਰਭੂ, ਮੈਂ ਆਪ ਜੀ ਤੋਂ ਮਨ ਕਰਕੇ ਬਲਿਹਾਰ ਜਾਂਦਾ ਤੇ ਸਰੀਰ ਕਰਕੇ ਵੀ ਕੁਰਬਾਨ ਜਾਂਦਾ ਹਾਂ। ਹਾਂ ਕੁਰਬਾਨੇ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ। ਹੇ ਵਾਹਿਗੁਰੂ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ ਜੋ ਬਾਣੀ ਕਰਕੇ ਆਪ ਜੀ ਦੇ ਨਾਮ ਨੂੰ ਜਪਦੇ ਹਨ। ਤਿੰਨੇ ਕਾਲਾਂ ਵਿੱਚ ਗੁਰੂ ਸਾਹਿਬ ਜਿਨ੍ਹਾਂ ਨੇ ਤਤ ਸਰੂਪ ਨੂੰ ਵਿਚਾਰਿਆ ਹੈ, ਉਹਨਾਂ ਤੋਂ, ਜੋ ਨਾਮ ਲੈਂਦੇ ਹਨ ਉਹਨਾਂ ਤੋਂ, ਅਤੇ ਜੋ ਨਾਮ ਮਨ ਵਿੱਚ ਵਸਾਉਣ ਲਈ ਨਿਸ਼ਕਾਮ ਕਰਮ ਕਰਦੇ ਹਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਬਲਿਹਾਰੈ ਜਾਓ। ਰਹਾਉ। ਹੇ ਪ੍ਰਮਾਤਮਾ, ਜੋ ਆਪ ਜੀ ਦੇ ਨਾਮ ਨੂੰ ਜਪਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਕਾਇਆ ਅੰਗਣ ਜੇ ਥੀਐ ਪਿਆਰੈ, ਪਾਈਐ ਨਾਉ ਮਜੀਠ। ਇਹ ਪਿਆਰੇ, ਜੇ ਕਾਇਆ ਸੁੱਧੀ ਬੁੱਧੀ ਮੱਟੀ ਹੋ ਜਾਵੇ ਅਤੇ ਇਸ ਵਿੱਚ ਨਾਮ ਭਗਤੀ ਰੂਪ ਮਜੀਠ ਰੰਗ ਪਾ ਦਈਏ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜੇਕਰ ਰੰਗਣ ਵਾਲੇ ਗੁਰੂ ਰੂਪ ਲਲਾਰੀ ਅੰਤਸ਼ਕਰਨ ਰੂਪੀ ਕੱਪੜੇ ਨੂੰ ਇਸ ਰੰਗ ਵਿੱਚ ਰੰਗ ਦੇਣ ਤਾਂ ਅਜਿਹਾ ਰੰਗ ਚੜ੍ਹਦਾ ਹੈ ਜੋ ਕਦੇ ਅੱਗੇ ਵੇਖਿਆ ਨਾ ਹੋਵੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਹੇ ਪਿਆਰੇ, ਜਿਨ੍ਹਾਂ ਦੇ ਅੰਤఃਕਰਨ ਰੂਪੀ ਚੋਲੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਹਨ, ਪਤੀ ਪਰਮੇਸ਼ਰ ਉਹਨਾਂ ਦੇ ਪਾਸ ਵਸਦਾ ਹੈ। ਧੂੜ ਤਿਨਾ ਕੀ ਜੇ ਮਿਲੈ ਜੀ ਕਹ, ਨਾਨਕ ਕੀ ਅਰਦਾਸ। ਸਤਿਗੁਰੂ ਜੀ ਇਸ ਪ੍ਰਕਾਰ ਕਥਨ ਕਰਦੇ ਹਨ ਕਿ ਜੀਵ ਤਾਈਂ ਤਿੰਨਾਂ ਦੀ ਧੂੜੀ ਮਿਲੇ। ਜੀਵ ਅਰਦਾਸ ਕਰਕੇ ਜਿਨ੍ਹਾਂ ਦੇ ਪ੍ਰਮਾਤਮਾ ਕੋਲ ਵਸਦਾ ਉਹਨਾਂ ਦੀ ਚਰਨ ਧੂੜ ਮਿਲ ਜਾਵੇ ਤਾਂ ਹੀ ਕਲਿਆਣ ਹੁੰਦੀ ਹੈ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਉਹ ਪ੍ਰਭੂ ਆਪ ਹੀ ਜੀਵਾਂ ਦੇ ਸਾਜੇ ਉਤਪਤ ਕਰਦਾ ਹੈ, ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਤੇ ਆਪ ਹੀ ਨਮ ਰੰਗ ਵਿੱਚ ਰੰਗ ਦਿੰਦਾ ਹੈ। ਆਪੇ ਹੀ ਸਰਵਣ ਮੰਨਣ ਨਿਧਿਆਸਨ ਰੂਪੀ ਪੇਟੇ ਤੇ ਪਟ ਖਟ ਸੰਪਤੀ ਰੂਪੀ ਤਾਣੇ ਨਾਲ ਸਾਜਿਆ ਹੈ ਅਤੇ ਫਿਰ ਆਪੇ ਹੀ ਨਾਮ ਪ੍ਰੇਮ ਰੂਪੀ ਰੰਗ ਚਾੜਿਆ ਹੈ। ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਹੜੀ ਜੀਵ ਰੂਪ ਇਸਤਰੀ ਪਤੀ ਪ੍ਰਮਾਤਮਾ ਨੂੰ ਭਾਉਂਦੀ ਹੈ, ਉਹ ਆਪ ਹੀ ਉਸਦੇ ਆਨੰਦ ਨੂੰ ਭੋਗਦੀ ਹੈ, ਉਸ ਨੂੰ ਆਪ ਹੀ ਪਤੀ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ। ਤਿਲੰਗ ਮਹੱਲਾ ਦੂਜਾ। ਵਾਹਿਗੁਰੂ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਰਾਗ ਤਿਲੰਗ ਦੇ ਦੂਸਰੇ ਸੁਰਤਾਲ ਵਿੱਚ ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰਦੇ ਹਨ। ਇਹ ਸ਼ਬਦ ਬੇਨਤੀ ਪੂਰਵਕ ਹੈ, ਜਿਸ ਵਿੱਚ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਸਨਮੁਖ ਸਮਝਦੇ ਹੋਏ ਬੇਨਤੀ ਕਰਦੇ ਹਨ। ਤੁਧ ਬਿਨ ਦੂਜਾ ਨਾਹੀ ਕੋਏ। ਇਹ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈ। ਭਾਵ ਆਪ ਜੀ ਤੋਂ ਬਿਨਾਂ ਕੋਈ ਦੇਵੀ ਦੇਵਤਾ, ਜਖ ਗੰਧਰਵ, ਮਨੁੱਖ, ਕੀੜੀ ਤੋਂ ਲੈ ਕੇ ਹਾਥੀ ਤੱਕ ਕੋਈ ਕੁਝ ਨਹੀਂ ਕਰ ਸਕਦਾ। ਜੋ ਕੁਝ ਵੀ ਕੋਈ ਜੀਵ ਕਰਨ ਦੀ ਹੰਗਤਾ ਧਾਰਦਾ ਹੈ, ਉਸ ਦਾ ਅਗਿਆਨ ਹੀ ਕਿਹਾ ਜਾ ਸਕਦਾ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਹੇ ਵਾਹਿਗੁਰੂ, ਕਰਤਾਰ ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੀ ਰੋਜੀ ਰੂਪੀ ਡੋਰ ਪਕੜੀ ਹੋਈ ਹੈ, ਤੂੰ ਕਰਦਾ ਹੈ ਉਹੀ ਕੁਝ ਹੁੰਦਾ ਹੈ। ਇਸ ਲਈ ਸਾਨੂੰ ਦਾਸਾਂ ਨੂੰ ਤੇਰਾ ਜੋਰ ਤੇਰੀ ਮਨ ਟੇਕ। ਮੇਰੇ ਸਰੀਰ ਵਿੱਚ ਵੀ ਆਪ ਜੀ ਦਾ ਹੀ ਬਲ ਦਿੱਤਾ ਹੋਇਆ ਤੇ ਮਨ ਵਿੱਚ ਵੀ ਆਪ ਜੀ ਦੀ ਹੀ ਓਟ ਹੈ। ਸਦਾ ਸਦਾ ਜਪ ਨਾਨਕ ਏਕ। ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਦਾਸ ਹਮੇਸ਼ਾ ਤੇਰੇ ਨਾਮ ਨੂੰ ਹੀ ਜਪਦਾ ਰਹਾ। ਸਭ ਉੱਪਰ ਪਾਰ ਬ੍ਰਹਮ ਦਾ ਤਾਰ। हे पार ब्रह्म, पार और आर तो रहत व्यापक परमात्मा, तू सब ਸਾਰਿਆਂ ਦੇ ਸ਼੍ਰੋਮਣੀ ਅਤੇ ਸਾਰਿਆਂ ਦਾ ਦਾਤਾ ਦੇਣ ਵਾਲਾ ਦਾਤਾ ਹੈ। ਤੇਰੀ ਟੇਕ ਤੇਰਾ ਆਧਾਰ ਰਹਾਓ। ਮੈਨੂੰ ਦਾਸ ਨੂੰ ਇਸ ਲੋਕ ਵਿੱਚ ਤੇਰੀ ਓਟ ਹੈ ਤੇ ਪ੍ਰਲੋਕ ਵਿੱਚ ਵੀ ਆਪ ਜੀ ਦਾ ਹੀ ਆਸਰਾ ਹੈ। ਜਦੋਂ ਜੁਗਿਆਸੂ ਉਸ ਵਾਹਿਗੁਰੂ ਦੀ ਟੇਕ ਟਿਕਾ ਲਵੇ ਤੇ ਉਸਦੇ ਉਧਾਰ ਤੇ ਨਿਸ਼ਚਾ ਕਰ ਲਵੇ, ਫਿਰ ਇਹ ਅਵਸਥਾ ਐਸੀ ਪਰਪੱਕ ਹੋ ਜਾਂਦੀ ਹੈ ਕਿ ਸਾਰਿਆਂ ਸਮਿਆਂ ਵਿੱਚ ਵਾਹਿਗੁਰੂ ਜੀ ਨੂੰ ਹੀ ਦੇਖਦਾ ਹੈ। ਤੇ ਇਸ ਲਈ ਅੱਗੇ ਕਥਨ ਹੈ ਤੂੰ ਹੋਵਨਹਾਰ। ਹੇ ਵਾਹਿਗੁਰੂ, ਤੂੰ ਹੁਣ ਵਰਤਮਾਨ ਸਮੇਂ ਵਿੱਚ ਵੀ ਮੌਜੂਦ ਹੈ। ਤੂੰ ਪਿੱਛੇ ਭੂਤਕਾਲ ਵਿੱਚ ਵੀ ਸੀ, ਅੱਗੇ ਭਵਿੱਖ ਕਾਲ ਵਿੱਚ ਵੀ ਹੋਵੇਂਗਾ। ਜੋ ਇਸ ਪੰਕਤੀ ਵਿੱਚ ਸਿਧਾਂਤ ਹੈ, ਉਸ ਸਿਧਾਂਤ ਨੂੰ ਸਤਿਗੁਰੂ ਜੀ ਨੇ ਅਨੇਕਾਂ ਥਾਵਾਂ ਤੇ ਪ੍ਰਗਟ ਕੀਤਾ ਹੈ। ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਹ ਪਹਿਲਾ ਪ੍ਰਮਾਣ ਦਿੰਦੇ ਹਨ। ਦੂਜਾ ਪ੍ਰਮਾਣ, ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨ ਕੋਈ। ਇਸ ਤਰ੍ਹਾਂ ਦੇ ਅਨੇਕਾਂ ਹੀ ਪ੍ਰਮਾਣ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਖਸ਼ੇ ਹਨ। ਅਗਮ ਅਗਾਧ ਊਚ ਅਪਾਰ। हे ਪ੍ਰਭੂ, ਤੂੰ ਮਨ ਬਾਣੀ ਸਰੀਰ ਦੀ ਗਮਤਾ ਤੋਂ ਰਹਿਤ ਹੈ। ਅਥਾ ਸਾਰਿਆਂ ਤੋਂ ਉੱਚਾ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਜੋ ਤੁਧ ਸੇਵ ਹੈ ਤਿਨ ਭਉ ਦੁਖ ਜਾਏ। हे ਵਾਹਿਗੁਰੂ, ਜੋ ਆਪ ਜੀ ਨੂੰ ਸਿਮਰਨ ਕਰਦੇ ਹਨ, ਯਾਦ ਕਰਦੇ ਹਨ, ਉਹਨਾਂ ਨੂੰ ਜਮਾਂ ਦਾ ਡਰ ਸਭ ਤੋਂ
ਭਿਆਨਕ ਉਹ ਨਹੀਂ ਵਿਆਪਦਾ ਤੇ ਜੰਮਣ ਮਰਨ ਦਾ ਦੁੱਖ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਸੰਸਾਰ ਵਿੱਚੋਂ ਜਿਸ ਵਸਤੂ ਨੂੰ ਯਾਦ ਕਰੋਗੇ ਉਸ ਦੇ ਔਗੁਣਾਂ ਦਾ ਅਸਰ ਮਨ ਤੇ ਜ਼ਰੂਰ ਹੋਵੇਗਾ। ਜੈਸੇ ਸੱਪ ਯਾਦ ਆਉਂਦਿਆਂ ਉਸ ਦੀ ਜ਼ਹਿਰ ਦਾ ਭੈ ਪੈਦਾ ਹੋ ਜਾਂਦਾ ਹੈ, ਪ੍ਰੇਤ ਨੂੰ ਯਾਦ ਕਰੋ ਉਸ ਤੋਂ ਹਿਰਦਾ ਭੈਭੀਤ ਹੋਵੇਗਾ। ਇਸੇ ਤਰ੍ਹਾਂ ਹਰ ਚੀਜ਼ ਆਪਣੀ ਯਾਦ ਰਾਹੀਂ ਅਸਰ ਕਰਦੀ ਹੈ ਤੇ ਇਸ ਲਈ ਜੋ ਪ੍ਰਮਾਤਮਾ ਡਰ ਤੇ ਦੁੱਖਾਂ ਤੋਂ ਰਹਿਤ ਹੈ, ਇਹੀ ਗੁਣ ਉਹ ਆਪਣੇ ਯਾਦ ਕਰਨ ਵਾਲੇ ਨੂੰ ਬਖਸ਼ ਦਿੰਦਾ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਵਾਹਿਗੁਰੂ, ਸਤਿਗੁਰਾਂ ਦੀ ਕਿਰਪਾ ਨਾਲ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ, ਕਿਉਂਕਿ ਵਾਹਿਗੁਰੂ ਦੇ ਗੁਣ ਉਹੀ ਗਾ ਸਕਦਾ ਹੈ ਜਿਸ ਉੱਤੇ ਉਸ ਪਰਿਪੂਰਨ ਪਰਮੇਸ਼ਰ ਦੀ, ਅਕਾਲ ਪੁਰਖ ਦੀ ਅਪਰੰਪਾਰ ਕਿਰਪਾ ਹੋਵੇ, ਜਾਂ ਵਾਹਿਗੁਰੂ ਦਾ ਸਰਗੁਣ ਸਰੂਪ ਗੁਰੂ ਕਿਰਪਾ ਕਰੇ। ਅਤੇ ਗੁਰੂ ਅਤੇ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਕੋਈ ਆਪਣੇ ਆਪ ਗੁਣ ਨਹੀਂ ਗਾ ਸਕਦਾ। ਸੱਚ ਸਲਾਹਣ ਵਡਭਾਗੀ ਪਾਈਐ, ਗੁਰ ਪ੍ਰਸਾਦੀ ਹਰ ਗੁਣ ਗਾਈਐ। ਸਤਿਗੁਰੂ ਜੀ ਇਸ ਤਰ੍ਹਾਂ ਪ੍ਰਮਾਣ ਬਖਸ਼ਦੇ ਹਨ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਜੋ ਕੁਝ ਵੀ ਦਿਸ ਰਿਹਾ ਹੈ ਉਸ ਵਿੱਚ ਤੇਰਾ ਹੀ ਸਰੂਪ ਨਜ਼ਰ ਆ ਰਿਹਾ ਹੈ। ਵੇਦਾਂ ਕਰਕੇ ਜਾਣਨੇ ਯੋਗ ਤੂੰ ਸ਼ੁਭ ਗੁਣਾਂ ਦਾ ਨਿਧਾਨ ਤੇ ਉਪਮਾ ਤੋਂ ਰਹਿਤ ਹੈ। ਇਸ ਤੁਕ ਵਿੱਚ ਜੋ ਸਤਿਗੁਰੂ ਜੀ ਨੇ ਦਿਸਣ ਵਾਲਾ ਪ੍ਰਮਾਤਮਾ ਦਾ ਰੂਪ ਦਰਸਾਇਆ ਹੈ, ਇਹ ਬ੍ਰਹਮ ਬੇਤੇ ਦੀ ਦ੍ਰਿਸ਼ਟੀ ਦੀ ਵਿਆਖਿਆ ਹੈ ਕਿ ਉਸਨੂੰ ਸਭ ਕੁਝ ਦਿਸਣਹਾਰ ਬ੍ਰਹਮ ਰੂਪ ਕਰਕੇ ਹੀ ਦਿਸਦਾ ਹੈ। ਰਾਗ ਦਵੈਸ਼ ਦੀ ਸੀਮਾ ਤੋਂ ਪਾਰ ਜਦੋਂ ਅਦਵੈਤ ਦ੍ਰਿਸ਼ਟੀ ਪ੍ਰਾਪਤ ਹੋ ਜਾਵੇ, ਫਿਰ ਇੱਕ ਤੋਂ ਬਿਨਾਂ ਦੂਸਰਾ ਨਜ਼ਰ ਨਹੀਂ ਆਉਂਦਾ। ਇਸ ਵਿੱਚ ਅਨੇਕਾਂ ਬ੍ਰਹਮ ਬੇਤਿਆਂ ਦੇ ਪ੍ਰਮਾਣ ਮੌਜੂਦ ਹਨ, ਜੈਸਾ ਕਿ ਸਿੱਖ ਇਤਿਹਾਸ ਵਿੱਚ ਭਾਈ ਕਨ੍ਹਈਆ ਜੀ ਦੀ ਸਾਖੀ, ਹਰ ਇੱਕ ਪਾਣੀ ਮੰਗਣ ਵਾਲੇ ਨੂੰ ਗੁਰੂ ਦਾ ਰੂਪ ਦੇਖ ਕੇ ਹੀ ਪਾਣੀ ਪਿਲਾਉਂਦਾ ਰਿਹਾ। ਵੈਰੀ ਮਿੱਤਰ ਦਾ ਭਾਵ ਤਿਆਗ ਕੇ ਸਾਰੀ ਜਗ੍ਹਾ ਗੁਰੂ ਦਾ ਰੂਪ ਹੀ ਦੇਖਿਆ। ਜੈਸਾ ਕਿ ਭਗਤ ਨਾਮਦੇਵ ਜੀਆਂ ਦਾ ਇੱਕ ਪ੍ਰਮਾਣ ਆਉਂਦਾ ਹੈ ਕਿ ਅਚਾਨਕ ਇੱਕ ਦਰਵੇਸ਼ ਕੁੱਤਾ ਛਾਬੇ ਵਿੱਚੋਂ ਰੋਟੀਆਂ ਚੁੱਕ ਕੇ ਜਾਂਦਾ ਨਜ਼ਰ ਆਇਆ, ਤਾਂ ਨਾਮਦੇਵ ਜੀ ਨੂੰ ਕੁੱਤਾ ਕੁੱਤੇ ਦੇ ਰੂਪ ਵਿੱਚ ਨਜ਼ਰ ਨਹੀਂ ਆਇਆ, ਬਲਕਿ ਪਰਮੇਸ਼ਰ ਦਾ ਰੂਪ ਦਿਸਿਆ। ਇਸ ਲਈ ਕੁੱਤੇ ਦੇ ਮਗਰ ਦਾਲ ਲੈ ਕੇ ਨਾਮਦੇਵ ਜੀ ਕਾਲੀ ਕਾਲੀ ਨਾਲ ਚੱਲਿਆ ਤੇ ਕਿਹਾ, ਹੇ ਭਗਵਾਨ, ਤੁਸੀਂ ਰੁੱਖਾ ਪ੍ਰਸ਼ਾਦਾ ਛਕੋਗੇ? ਜਿੱਥੇ ਮੇਰੇ ਘਰ ਚਰਨ ਪਾ ਕੇ ਘਰ ਨੂੰ ਪਵਿੱਤਰ ਕੀਤਾ ਹੈ, ਮੇਰਾ ਪ੍ਰਸ਼ਾਦਾ ਵੀ ਅੰਗੀਕਾਰ ਕਰੋ। ਫਿਰ ਦਾਲ ਅੰਗੀਕਾਰ ਕਿਉਂ ਨਹੀਂ ਕਰ ਰਹੇ ਸਤਿਗੁਰੂ ਜੀ, ਜਦੋਂ ਕਿ ਮੈਂ ਰੋਜ਼ ਦਾਲ ਨਾਲ ਹੀ ਪ੍ਰਸ਼ਾਦਾ ਛਕਦਾ, ਇਸ ਲਈ ਦਾਲ ਵੀ ਅੰਗੀਕਾਰ ਕਰੋ। ਤਾਂ ਸਰਵ ਵਿਆਪੀ ਪਰਮੇਸ਼ਰ ਨੇ ਉਸ ਵਿੱਚੋਂ ਪ੍ਰਗਟ ਹੋ ਕੇ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ ਤੇ ਕਿਹਾ, ਤੂੰ ਧੰਨ ਹੈ ਜੋ ਹਰ ਇੱਕ ਜੀਵ ਵਿੱਚ, ਹਰ ਇੱਕ ਮੈਨੂੰ ਹਰ ਥਾਂ ਤੇ ਵਿਆਪਕ ਸਮਝ ਰਿਹਾ ਹੈ। ਜਿਸ ਤਰ੍ਹਾਂ ਇੱਕ ਸਾਖੀ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭਾਈ ਮਰਦਾਨਾ ਜੀ ਦੀ ਆਉਂਦੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਤੁਰੇ ਜਾ ਰਹੇ ਹਨ, ਘੋਰ ਜੰਗਲ ਜਿੱਥੇ ਕੋਈ ਆਮ ਨਹੀਂ ਵਿਚਰ ਸਕਦਾ। ਉਸ ਜੰਗਲ ਵਿੱਚ ਸਤਿਗੁਰੂ ਜੀ ਪ੍ਰਮਾਤਮਾ ਦੇ ਰੰਗ ਵਿੱਚ ਤੁਰੇ ਜਾ ਰਹੇ ਸਨ ਕਿ ਅਚਾਨਕ ਮਰਦਾਨੇ ਦੀ ਨਿਗਾਹ ਇੱਕ ਵਿਸ਼ਈ ਪੁਰਸ਼ ਤੇ ਪਈ, ਜੋ ਉਸ ਜੰਗਲ ਵਿੱਚ ਪਰਾਈ ਇਸਤਰੀ ਨਾਲ ਵਿਸ਼ੇ ਵਾਸ਼ਨਾ ਦੀ ਪੂਰਤੀ ਲਈ ਕੁਕਰਮ ਵਿੱਚ ਪ੍ਰਵਿਰਤ ਸੀ। ਕਿਉਂਕਿ ਇਕਾਂਤ ਸਥਾਨ ਦੀ ਸੇਵਨ ਪੁਰਸ਼ ਤੇ ਭਗਤੀ ਵਾਲੇ ਨੂੰ ਆਪਣੇ ਆਪਣੇ ਕਾਰਜ ਵਿੱਚ ਸਹਾਇਕ ਮੰਨਿਆ ਜਾਂਦਾ ਹੈ। ਜੈਸਾ ਕਿ ਕਾਲੀਦਾਸ ਜੀ ਨੇ ਕਿਹਾ ਹੈ, ਕਾਲੀਦਾਸ ਵਿਸ਼ਈ ਤੇ ਭਗਤ ਵਾਲਾ ਦੋਵੇਂ ਭਾਲ ਦੀ ਜਗ੍ਹਾ ਇਕਾਂਤ ਭਾਈ। ਮਰਦਾਨਾ ਵੇਖ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਮਹਾਰਾਜਾ ਵੇਖੋ ਕੈਸਾ ਪਾਪ ਹੋ ਰਿਹਾ ਹੈ। ਸਤਿਗੁਰੂ ਜੀ ਨੇ ਆਖਿਆ, ਮਰਦਾਨਿਆਂ ਤੇਰੀ ਦ੍ਰਿਸ਼ਟੀ ਅਚਾਨਕ ਕਿਸੇ ਦੇ ਪਾਪ ਤੇ ਕਿਵੇਂ ਚਲੀ ਗਈ? ਆਪਣੀ ਦ੍ਰਿਸ਼ਟੀ ਨੂੰ ਸ਼ੁੱਧ ਰੱਖੀਦਾ ਹੈ। ਕੌਣ ਪਾਪੀ ਹੈ ਤੇ ਤੂੰ ਕਿਸ ਦੀ ਗੱਲ ਕਰ ਰਿਹਾ ਹੈ? ਮਰਦਾਨੇ ਨੇ ਉਂਗਲ ਦਾ ਇਸ਼ਾਰਾ ਕੀਤਾ ਤੇ ਆਓ ਵੇਖੋ ਕਿੱਡਾ ਵੱਡਾ ਪਾਪ ਹੈ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆਂ
जो भी संसार दी वस्तु नजर आ रही है ये उस वाहिगुरु का ही स्वरूप है। अपनी दृष्टि नू शुद्ध कर, मरदाने दे अंदर जो द्वैत दृष्टि आई उसनू दूर करने वास्ते सतगुरु जी ने शब्द उचारिया, आपे रसिया आप रस आपे रावण हार, आपे होवै चोलड़ा आपे सेज पतार। इस सिद्धांत ते होर भी कई प्रमाण सतगुरु जी ने उच्चारण किए, जिमें के जो दिसै सो सगल तू है पसरिया पासार, कहो नानक गुर परम काटिया सगल ब्रह्म विचार। होर भी अनेकां प्रमाण सतगुरु जी बख्शदे हन। सिमर 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 जन सोए नानक करम प्राप्त होए। सतगुरु जी कथन करते हैं कि हे परमात्मा, जिसनों तेरी कृपा प्राप्त हो जावे उही जन तेरे नाम नू मन करके सिमरदा है, बाणी करके सिमरदा है ते शरीर करके सिमरदा है। सतगुरु जी कथन करते हैं कि हे सिमरने योग प्रभु, तेरे सिमरन नू ओही पुरुष सिमरदे हन जिस दे कर्मां विच सिमरन करना प्राप्त हुंदा है। जैसा कि सतगुरु जी ने प्रमाण बख्शिया, कर्म मिलै पावै सच नाऊं। अगे सतगुरु जी की फरमान करते हैं, जिन जपिया तिस कौ बलिहार। जिस सतपुरुष ने आप जी दे नाम नू जपना कीता है उस तो कुर्बान जांदा हां। तिसकै संग तरै संसार। ऐसे महापुरुषों की संगत करके जीव संसार समुंदर तो इस भव सागर तो तर जांदा है। कहो नानक प्रभ लोचा पूर। सतगुरु जी कथन करते हैं कि हे प्रभु, मेरी इच्छा पूरी करना कर। केड़ी इच्छा? वो अगे दसदे हैं, संत जना की बाछो धूर। हे परमात्मा, मैं तेरे पासों संत जना की चरण धूड़ी मंगदा हाँ, सो कृपा करके मैनू ये बख्शिश करनी करो। इत्थे सतगुरु जी ने अपने गुरसिखां नूं निमरता भाव सिखा रहे हैं। भावें किसी गुरसिख नूं कितना भी सम्मान मिल जाए पर वो अपने आप नूं सारियां दे चरण धूड़ी समझे ते इहो जिहियां बेनतियां करे। गुरसिखां की हर धूड़ देहे हम पापी भीगत पाहे। पार ब्रह्म होए कृपा कीजै धूर संतन की नानक दीजै। सतगुरु जी ने होर अनेकां ही प्रमाण धनासुरी राग विच भी बख्शे हन। गौड़ी राग दे विच प्रमाण बख्शिया, पार ब्रह्म होए कृपा कीजै धूर संतन की नानक दीजै। तिलंग महला चौथा। तिलंग राग विच उच्चारण किया होया चौथे पातशाह दा अमृत बचन, जिस विच परमेश्वर दी सिफत सलाह दियां कथा कहानियां जो गुरु मुख द्वारा सिख नूं प्राप्त हुंदियां हन दा सिद्धांत कथन करते हैं। हर कियां कथा कहानियां गुरमीत सुनाइयां। परमेश्वर दियां कथा कहानियां रूपी मित्र ने सुनाउणा कीतियां अथवा करनयोग हरि परमेश्वर दियां जो शास्त्रां विच अंकित हन कहानियां लोकां दी जवानी कहानी कथा शास्त्र गुरु रूपी मित्र ने सुनाउणा कीतियां हन। बलिहारी गुर आपने गुरु को बल जाइया। अजिहे गुरु तो जो परलोक दा मित्र है मैं मन करके बलिहार जांदा हाँ, कुर्बान जांदा हाँ ते तन करके भी कुर्बान जांदा हाँ। बलिहार जान जोग ऐसे पूजनिक सतगुरां तो मैं वारे वारे जांदा हाँ। आए मिल गुर सिख आए मिल तू मेरे गुर के प्यारे। थे मेरे गुरु दे प्यारे गुरसिख तू मैनू आके मिलना कर, तुरंत आके मिल। गुरसिख तू आके मिलना कर ते तुसी मेरे गुरु दे परम प्यारे हो। हर के गुण हर भावंदे से गुर ते पाए।
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ। ਜੋ ਹਰੀ ਦੇ ਗੁਣ ਪਰਮੇਸ਼ਰ ਨੂੰ ਪਾਉਂਦੇ ਹਨ ਉਹ ਗੁਣ ਸਾਨੂੰ ਪ੍ਰਾਪਤ ਹੋਏ ਹਨ। ਜਿਸ ਗੁਰਸਿੱਖ ਨੇ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਿਆ ਉਸ ਤੋਂ ਕੁਰਬਾਨ ਜਾਂਦਾ ਹਾਂ। ਗੁਰਮੁਖ ਹਮੇਸ਼ਾ ਗੁਰੂ ਦਾ ਭਾਣਾ ਮੰਨਣ ਵਿੱਚ ਸੁਖ ਮਹਿਸੂਸ ਕਰਦੇ ਹਨ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ। ਜਿਨ੍ਹਾਂ ਨੇ ਪਿਆਰੇ ਸਤਿਗੁਰੂ ਜੀ ਦਾ ਦਰਸ਼ਨ ਕੀਤਾ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ। ਦਰਸ਼ਨ ਸ਼ਰਧਾ ਸਹਿਤ ਕੀਤਾ ਜਾਵੇ ਉਸੇ ਦੀ ਮਹਾਨਤਾ ਹੈ। ਸ਼ਰਧਾ ਸਹਿਤ ਦਰਸ਼ਨ ਕਰਨ ਵਾਲਿਆਂ ਤੋਂ ਬਲਿਹਾਰ ਜਾਣ ਦੀ ਗੱਲ ਹੈ। ਜਿਨ ਗੁਰ ਕੀ ਬੀਤੀ ਚਾਕਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਜਿਨ੍ਹਾਂ ਗੁਰੂ ਪਿਆਰਿਆਂ ਨੇ ਗੁਰੂ ਦੀ ਸੇਵਾ ਕੀਤੀ ਹੈ, ਚਾਅ ਨਾਲ ਸੇਵਾ ਕੀਤੀ ਹੈ, ਮਨ ਨੂੰ ਸੰਸਾਰ ਤੋਂ ਚੁੱਕ ਕੇ ਤਿੰਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹੇ ਜੁਗਿਆਸੂ, ਹਰੀ ਦਾ ਨਾਮ ਤੇਰੇ ਜਨਮ ਮਰਨ ਰੂਪ ਵਿੱਚ ਮਿਟਾਉਣ ਵਾਲਾ ਹੈ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਗੁਰਾਂ ਦੀ ਨਿਸ਼ਕਾਮ ਸੇਵਾ ਕਰਕੇ ਅੰਤःਕਰਨ ਦੀ ਸ਼ੁੱਧੀ ਦੁਆਰਾ ਜਿਸ ਨੇ ਨਾਮ ਪ੍ਰਾਪਤ ਕੀਤਾ ਉਸ ਗੁਰਮੁਖ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਪਰ ਉਤਾਰਾ ਹੋ ਗਿਆ ਹੈ। ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ। ਜੋ ਪੁਰਸ਼ ਵਾਹਿਗੁਰੂ ਨਾਮ ਨੂੰ ਧਿਆਉਂਦੇ ਹਨ ਉਹ ਪੁਰਸ਼ ਉਸ ਪਰਿਪੂਰਨ ਪਰਮੇਸ਼ਵਰ ਕੋਲੇ ਪ੍ਰਵਾਨ ਹੋ ਜਾਂਦੇ ਹਨ। ਰਸਨਾ ਦੁਆਰਾ ਜਪਣਾ ਸਿਮਰਨ ਮਨ ਦੀ ਕਲਪਨਾ ਨੂੰ ਕਿਹਾ ਜਾਂਦਾ ਹੈ। ਇਸ ਲਈ ਗੁਰਬਾਣੀ ਵਿੱਚ ਜਪਣ ਧਿਆਉਣ ਸਿਮਰਨ ਦੀ ਗੱਲ ਬਹੁਤ ਸਾਰੇ ਥਾਵਾਂ ਤੇ ਪ੍ਰਾਪਤ ਹੁੰਦੀ ਹੈ। ਇਸ ਦਾ ਸੰਬੰਧ ਅਵਸਥਾ ਅਨੁਸਾਰ ਹੈ। ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੋ ਪਰਮੇਸ਼ਵਰ ਨੂੰ ਧਿਆਉਣ ਵਾਲੇ ਹਨ ਮੈਂ ਉਹਨਾਂ ਦੇ ਉੱਪਰੋਂ ਮਨ ਕਰਕੇ ਸਦਾ ਬਲਿਹਾਰ ਜਾਂਦਾ ਹਾਂ। ਬਾਣੀ ਕਰਕੇ ਸਦਾ ਬਲਿਹਾਰ ਜਾਂਦਾ ਹਾਂ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ। ਜੋ ਪ੍ਰਭ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ। ਹੇ ਭਾਈ ਤੇਰੀ ਕੀਤੀ ਉਸਤਤ ਉਹੀ ਸਫਲ ਹੈ ਜੋ ਹਰ ਤਰ੍ਹਾਂ ਕਰਕੇ ਹਰ ਪ੍ਰਭ ਨੂੰ ਭਾਉਂਦੀ ਹੈ। ਜਿਹੜੇ ਗੁਰਮੁਖ ਪਿਆਰੇ ਹਰੀ ਨੂੰ ਭਾਉਂਦੇ ਹਨ ਸੇਵਦੇ ਹਨ ਉਹਨਾਂ ਨੇ ਸਾਰੇ ਫਲ ਪ੍ਰਾਪਤ ਕੀਤੇ ਹਨ। ਜਿੰਨਾ ਹਰ ਸੇਤੀ ਪਿਰਹੜੀ ਤਿਨਾ ਜੀਵਨ ਪ੍ਰਭ ਨਾਲੇ। ਉਹ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਜਿਨ੍ਹਾਂ ਦੀ ਹਰੀ ਨਾਲ ਪ੍ਰੀਤੀ ਹੈ ਉਹਨਾਂ ਦਾ ਦਿਲ ਪ੍ਰਭੂ ਨਾਲ ਵੀ ਜੁੜ ਗਿਆ ਹੈ। ਉਹ ਪਿਆਰੇ ਪ੍ਰਭੂ ਦੇ ਜਪ ਨੂੰ ਜਪ ਜਪ ਕੇ ਜਿਉਂਦੇ ਹਨ ਅਤੇ ਹਰ ਵੇਲੇ ਹਰੀ ਨਾਮ ਸੰਭਾਲਦੇ ਹਨ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ। ਜਿਨ੍ਹਾਂ ਗੁਰਮੁਖਾਂ ਨੇ ਪਿਆਰਾ ਜਾਣ ਕੇ ਵਾਹਿਗੁਰੂ ਨੂੰ ਸੇਵਨਾ ਕੀਤਾ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਉਹ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ। ਉਹ ਆਪ ਸਾਰੇ ਪਰਿਵਾਰ ਦੇ ਜਨਮ ਮਰਨ ਦੇ ਬੰਧਨ ਛੁੱਟ ਗਏ ਹਨ ਅਤੇ ਸਾਰੇ ਜਗਤ ਦੇ ਉਹਨਾਂ ਜੀਵਾਂ ਨੂੰ ਜਿਨ੍ਹਾਂ ਨੇ ਉਹਨਾਂ ਦਾ ਸੰਗ ਕੀਤਾ ਹੈ ਉਹਨਾਂ ਨੂੰ ਛੁਡਾਇਆ ਹੈ। ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧੰਨ। ਪਿਆਰੇ ਗੁਰੂ ਨੇ ਹਰੀ ਨੂੰ ਸੇਵਿਆ ਇਸ ਲਈ ਗੁਰੂ ਧਨ ਹਨ। ਗੁਰੂ ਧਨ ਹਨ, ਧਨਤਾ ਦੇ ਯੋਗ ਹਨ। ਤਿੰਨਾਂ ਸਮਿਆਂ ਵਿੱਚ ਗੁਰੂ ਧਨ ਹਨ। ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ। ਗੁਰੂ ਨੇ ਮੈਨੂੰ ਹਰੀ ਦੀ ਪ੍ਰਾਪਤੀ ਦਾ ਭਗਤੀ ਰੂਪ ਮਾਰਗ ਦੱਸਿਆ ਇਹ ਗੁਰੂ ਨੇ ਪੁੰਨਾਂ ਵਿੱਚੋਂ ਵੱਡਾ ਪੁੰਨ ਕੀਤਾ ਗਿਆਨ ਵੈਰਾਗ ਰੂਪੀ ਮਾਰਗ ਦੱਸਿਆ
ਇਹ ਗੁਰਾਂ ਦਾ ਪੁੰਨਾਂ ਵਿੱਚੋਂ ਵੱਡਾ ਪੁੰਨ ਹੈ, ਕਿਉਂਕਿ ਭਗਤੀ ਦੇ ਅਤੇ ਗਿਆਨ ਦਾ ਰਾਹ ਸੰਸਾਰ ਵਿੱਚੋਂ ਹੋਰ ਕੋਈ ਨਹੀਂ ਦੱਸ ਸਕਦਾ। ਹੋਰ ਅੰਨ, ਦੁੱਧ, ਜਲ, ਵਸਤਰ ਆਦਿ ਦਾ ਦਾਨ ਬਹੁਤ ਸਾਰੇ ਲੋਕ ਦੇ ਕੇ ਪੁੰਨ ਖੱਟ ਸਕਦੇ ਹਨ, ਪਰ ਗਿਆਨ ਤੇ ਨਾਮ ਦਾ ਵੱਡਾ ਪੁੰਨ ਕੇਵਲ ਗੁਰੂ ਦਾ ਹੀ ਹੈ। ਜੋ ਗੁਰਸਿੱਖ ਗੁਰੂ ਸੇਮ ਦੇ ਸੇ ਪੁੰਨ ਪ੍ਰਾਣੀ। ਜੋ ਗੁਰਸਿੱਖ ਇਹੋ ਜਿਹੇ ਗੁਰੂ ਦੀ ਸੇਵਾ ਕਰਦੇ ਹਨ, ਉਹ ਪੁਰਸ਼ ਪਵਿੱਤਰ ਹੋ ਗਏ ਹਨ। ਜਨ ਨਾਨਕ ਤਿਨ ਕਉ ਵਾਰਿਆ, ਸਦਾ ਸਦਾ ਕੁਰਬਾਨੀ। ਸਤਿਗੁਰੂ ਜੀ ਆਖਦੇ ਹਨ ਕਿ ਦਾਸ ਉਹਨਾਂ ਤੋਂ ਸਦਾ ਸਦਾ ਹੀ ਕੁਰਬਾਨ ਜਾਂਦਾ ਹੈ। ਗੁਰਮੁਖ ਸਖੀ ਸਹੇਲਿਆ, ਸਿਆਪ ਹਰ ਭਾਈਆ। ਸਤਿਗੁਰੂ ਜੀ ਦੀਆਂ ਸਖੀਆਂ ਸਹੇਲੀਆਂ ਹਨ, ਉਹ ਹਰੀ ਨੂੰ ਆਪੇ ਭਾਈਆਂ ਹਨ, ਅਰਥਾਤ ਸਤਿਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਸੇਵਕ ਹਰੀ ਨੂੰ ਭਾਉਂਦੇ ਹਨ। ਹਰ ਦਰਗਹਿ ਪਹਿਨਾਈਆ, ਹਰ ਆਪ ਗਲ ਲਾਈਆ। ਉਸ ਵਾਹਿਗੁਰੂ ਦੀ ਦਰਗਾਹ ਵਿੱਚ, ਨਿਆਏ ਸਭਾ ਵਿੱਚ ਉਹਨਾਂ ਨੂੰ ਹੀ ਜਸ ਰੂਪੀ ਪੁਸ਼ਾਕ ਪਹਿਨਾਈ ਹੈ, ਜਿਸ ਵਿੱਚ ਭਾਵ ਇੱਜ਼ਤ ਹੋਈ ਹੈ, ਤੇ ਹਰੀ ਨੇ ਉਹਨਾਂ ਨੂੰ ਆਪਣੇ ਭੇਦ ਕਾਰਨ ਰੂਪ ਵਿੱਚ ਗਲ ਨਾਲ ਲਾਇਆ ਹੈ। ਜੋ ਗੁਰਮੁਖ ਨਾਮ ਧਿਆਇਂਦੇ, ਤਿਨ ਦਰਸ਼ਨ ਦੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੈ। ਅਸੀਂ ਉਹਨਾਂ ਦੇ ਚਰਨ ਧੋਂਦੇ ਹਾਂ ਤੇ ਉਹਨਾਂ ਦੀ ਧੂੜ ਪੀਂਦੇ ਹਾਂ। ਪਾਨ ਸੁਪਾਰੀ ਖਾਤੀਆ, ਮੁਖ ਬੀੜੀਆਂ ਲਾਈਆਂ। ਜੋ ਪ੍ਰਤੱਖ ਇਸਤਰੀਆਂ ਪਾਨ ਅਤੇ ਸੁਪਾਰੀ ਖਾਂਦੀਆਂ ਹਨ, ਬੀੜੀਆਂ ਮੁਖ ਨੂੰ ਲਗਾਉਂਦੀਆਂ ਹਨ। ਜੋ ਮਨੁੱਖ ਪਾਨ ਸੁਪਾਰੀ ਆਦਿ ਦੇ ਬੀੜੇ ਮੂੰਹ ਵਿੱਚ ਲਗਾ ਰੱਖਦੇ ਹਨ। ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆ। ਜਿਨ੍ਹਾਂ ਦੇ ਹਰ ਹਰ ਨਾਮ ਨੂੰ, ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਕਦੇ ਵੀ ਚਿਤਵਿਆ ਨਹੀਂ, ਉਹਨਾਂ ਨੂੰ ਜਮ ਫੜ ਕੇ ਲੈ ਜਾਣਗੇ। ਜਿਨ ਹਰ ਨਾਮਾ ਹਰ ਚੇਤਿਆ, ਹਿਰਦੈ ਉਰ ਧਾਰੇ। ਜਿਨ੍ਹਾਂ ਨੇ ਹਰੀ ਨਾਮ ਨੂੰ ਚੇਤਿਆ ਹੈ, ਹਿਰਦੇ ਦੇ ਵਿੱਚ ਵੀ ਧਾਰਿਆ ਹੋਇਆ ਹੈ। ਤਿਨ ਜਮ ਨੇੜ ਨ ਆਵਈ, ਗੁਰ ਸਿੱਖ ਗੁਰ ਪਿਆਰੇ। ਉਹ ਜੋ ਗੁਰੂ ਦੇ ਪਿਆਰੇ ਹਨ, ਉਹਨਾਂ ਦੇ ਨੇੜੇ ਜਮ ਨਹੀਂ ਜੇ ਆਉਂਦਾ। ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ। ਕੋਈ ਵਿਰਲਾ ਗੁਰਮੁਖੀ ਜਾਣਦਾ ਕਿ ਹਰੀ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ। ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣੈ। ਗੁਰੂ ਜੀ ਉਚਾਰਦੇ ਹਨ, ਜਿਨ੍ਹਾਂ ਪੁਰਸ਼ਾਂ ਨੂੰ ਸਤਿਗੁਰੂ ਮਿਲ ਗਏ ਹਨ, ਉਹ ਖੁਸ਼ੀਆਂ ਦੇ ਆਨੰਦ ਵਿੱਚ, ਖੁਸ਼ੀਆਂ ਦਾ ਆਨੰਦ ਮਾਣ ਰਹੇ ਹਨ। ਸਤਿਗੁਰੂ ਦਾਤਾ ਆਖੀਐ, ਤੁਸ ਕਰੇ ਪਸਾਓ। ਸਤਿਗੁਰੂ ਜੀ ਦਾਤੇ ਕਹੇ ਜਾਂਦੇ ਹਨ ਅਤੇ ਪ੍ਰਸੰਨ ਹੋ ਕੇ ਸਿੱਖਾਂ ਨੂੰ ਨਾਮ ਦੀ ਦਾਤ ਦੇਣਾ ਕਰਦੇ ਹਨ। ਹਉ ਗੁਰ ਵਿਟਹੁ ਵਾਰਿਆ, ਜਿਨ ਦਿੱਤੜਾ ਨਾਉ। ਮੈਂ ਗੁਰੂ ਦੇ ਉੱਪਰੋਂ ਹਮੇਸ਼ਾ ਵਾਰਨੇ ਜਾਂਦਾ ਹਾਂ। ਜਿਸ ਗੁਰੂ ਨੇ ਮੈਨੂੰ ਨਾਮ ਦ੍ਰਿੜਾ ਦਿੱਤਾ ਹੈ, ਭਾਵ ਬਖਸ਼ਿਆ ਹੈ, ਸੋ ਧੰਨ ਗੁਰੂ ਸਾਬਾਸ ਹੈ, ਹਰ ਦੇ ਸੁਨੇਹਾ। ਉਹ ਗੁਰੂ ਧੰਨ ਹੈ, ਮੈਂ ਉਹਨਾਂ ਨੂੰ ਸਬਾਸ ਦਿੰਦਾ ਹਾਂ ਜੋ ਵਾਹਿਗੁਰੂ ਦੀ ਪ੍ਰਾਪਤੀ ਦਾ ਸੰਦੇਸ਼ ਦਿੰਦੇ ਹਨ। ਹਉ ਵੇਖ ਵੇਖ ਗੁਰ ਵਿਗਸਿਆ, ਗੁਰ ਸਤਿਗੁਰ ਦੇਹਾ। ਵੇਖਣੇ ਯੋਗ ਪੂਜਨਿਕ ਸਤਿਗੁਰਾਂ ਦੀ ਦੇਹ ਨੂੰ ਵੇਖ ਕੇ ਮੈਂ ਬੜਾ ਪ੍ਰਸੰਨ ਹੋਇਆ ਹਾਂ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਗੁਰੂ ਦੀ ਰਸਨਾ ਨਾਮ ਅੰਮ੍ਰਿਤ ਨੂੰ ਬੋਲਦੀ ਹੈ ਤੇ ਹਰੀ ਨਾਮ ਕਰਕੇ ਸ਼ੋਭਾ ਵਾਲੀ ਹੋਈ ਹੈ। ਜਿਨ ਸੁਣ ਸਿੱਖਾਂ ਗੁਰ ਮੰਨਿਆ, ਤਿਨ ਭੁਖ ਸਭ ਜਾਵੀ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਣਾ ਕੀਤਾ, ਉਹਨਾਂ ਦੀ ਸਾਰੀ ਪਦਾਰਥਾਂ ਦੀ ਭੁੱਖ ਚਲੀ ਜਾਂਦੀ ਹੈ।
हर का मार्ग आखिए कह कित विद जाइए। जग्यासु मुख द्वारा बेनती करन दा ढंग दस्सिया है कि महापुरुषां अगे जाके वाहिगुरु की प्राप्ति का ब्रह्म ज्ञान रूप रस्ता आखीदा है। उस उत्ते किस विधि नाल जाया जा सकता है। हर हर तेरा नाम है हर खर चला जाइए। ਇਹ ਸਤਿਗੁਰੂ ਜੀ ਉਸ ਦਾ ਉੱਤਰ ਦਿੰਦੇ ਹਨ। हे ਭਾਈ ਹਰੀ ਦਾ ਨਾਮ ਇਸ ਤਰ੍ਹਾਂ ਕਰਕੇ ਤੇਰਾ ਸਹਾਇਕ ਹੈ, ਇਸ ਲਈ ਹਰੀ ਨਾਮ ਰੂਪੀ ਖਰਚ ਨੂੰ ਲੈ ਕੇ ਪ੍ਰਲੋਕ ਵਿੱਚ ਜਾਣਾ ਕਰ। ਹਰੀ ਦਾ ਨਾਮ ਜੋ ਇਹੀ ਪ੍ਰਲੋਕ ਦਾ ਖਰਚ ਹੈ, ਇਸ ਖਰਚ ਨੂੰ ਨਾਲ ਲੈ ਕੇ ਜਾਣਾ ਕਰ। ਜਿਨ੍ਹਾਂ ਗੁਰਮੁਖ ਹਰ ਆਰਾਧਿਆ ਸੇ ਸਹਾ ਵੱਡ ਜਾਣੇ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਹਰੀ ਨਾਮ ਨੂੰ ਆਰਾਧਿਆ ਉਹ ਸਾਰਿਆਂ ਦੇ ਵੱਡੇ ਜਾਣੇ ਜਾਂਦੇ ਹਨ। ਹੁਣ ਸਤਿਗੁਰ ਕੋ ਸਦਵਾਰਿਆ ਗੁਰਬਚਨ ਸਮਾਣੇ। ਉਹਨਾਂ ਸਤਿਗੁਰਾਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਗੁਰਾਂ ਦੇ ਬਚਨ ਮੇਰੇ ਹਿਰਦੇ ਵਿੱਚ ਸਮਾਏ ਹਨ। ਜਿਨ੍ਹਾਂ ਗੁਰਾਂ ਦੇ ਬਚਨਾਂ ਕਰਕੇ ਕਾਮ ਆਦਿਕ ਅਭਾਵ ਹੋ ਗਏ ਹਨ। हे ਭਾਈ ਵਾਹਿਗੁਰੂ ਅੱਗੇ इस तरह बेनती करो, तू ठाकुर तू साहिबो तू है मेरा मीरा। तू मेरा पिछे भी सी ਉਹੀ ਸੀ ਅੱਗੇ ਨੂੰ ਵੀ ਤੂੰ ਹੀ ਹੈ। हे मेरे परिपूर्ण परमेश्वर ਹੁਣ ਤੂੰ ਹੀ ਮੇਰਾ ਸਹਾਇਕ ਹੈ। ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਤੇਰੀ ਬੰਦਗੀ ਤੈਨੂੰ ਭਾਉਂਦੀ ਹੈ, ਜੋ ਤੇਰੀ ਬੰਦਗੀ ਕਰਦਾ ਹੈ ਉਹੀ ਤੈਨੂੰ ਭਾਉਂਦਾ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ। ਹਰੀ ਆਪ ਹੀ ਇੱਕ ਨਿਰਗੁਣ ਸਰੂਪ ਹੋ ਰਿਹਾ ਹੈ। ਹਰੀ ਆਪ ਹੀ ਬਹੁ ਰੰਗ ਹੋ ਰਿਹਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਗੱਲ ਚੰਗੀ ਹੋਈ ਹੁੰਦੀ ਹੈ। ਭਾਂਡਾ ਧੋਏ ਬੈਸ ਧੂਪ ਦੇਵ ਹੋ ਤਾ ਦੂਧੈ ਕਉ ਜਾਵੋ। दूध कर्म फन सुरत समायण होए निराश जमावो। ਇਸ ਦੀ ਕਥਾ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ ਕਰਨੀਆਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਜਿਨ੍ਹਾਂ ਨੇ ਲਾਈਵ ਸਰਵਣ ਕੀਤੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ ਕਰਨੀਆਂ ਜੀ। ਬੁਲਾਓ ਫਤਿਹ। ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।